ਗੁਰਬਾਣੀ ਵਿਆਕਰਨ ਕਲਾਸ ਦੇ ਸਾਰੇ ਹੀ ਗੁਰਮੁਖ ਵਿਦਿਆਰਥੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਬਲਵੰਡਾ ਤੇ ਸੱਤਾ ਜੀ ਦੇ ਮੁਖਾਰਬਿੰਦ ਤੋਂ ਆਖੀ ਰਾਮਕਲੀ ਕੀ ਵਾਰ ਦੀ ਅੱਜ 8ਵੀਂ ਤੇ ਆਖਰੀ ਪੌੜੀ ਦੀ ਸੰਥਿਆ ਅਤੇ ਵਿਚਾਰ ਆਰੰਭ ਹੈ। ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਚਾਰੇ ਜਾਗੇ ਚੌਂ ਜਿਹੜਾ ਉਹ ਨਾਸਕੀ ਉਚਾਰਨ ਹੋਏਗਾ ਬਿੰਦੀ ਨਾਲ, ਚੌਂ। ਜੁਗੀ ਵੀ ਜਿਹੜਾ ਹੈ ਉਹ ਨਾਸਕੀ ਉਚਾਰਨ ਹੋਏਗਾ, ਜੁਗੀ। ਜੁਗ ਦੀ ਇੱਥੇ ਗੱਲ ਹੈ ਤੇ ਇੱਥੇ ਜੱਜੇ ਉੱਪਰ ਵੀ ਥੋੜਾ ਦਬਾਅ ਪਏਗਾ ਅਦਕ ਦਾ, ਤੇ ਗੱਗੇ ਨੂੰ ਬਿਹਾਰੀ ਉੱਤੇ ਬਿੰਦੀ ਦਾ ਉਚਾਰਨ ਹੋਏਗਾ, ਤਾਂ ਹੀ ਇਹਦੇ ਅਰਥ ਸਪਸ਼ਟ ਹੋਣਗੇ। ਚਾਰੇ ਜਾਗੇ ਚੌਂ ਜੁਗੀ, ਤੇ ਜੁਗੀ ਤੋਂ ਬਾਅਦ ਅਰਧ ਵਿਸਰਾਮ ਹੈਗਾ, ਇੱਥੇ ਰੁਕਣਾ ਹੈਗਾ। ਪੰਚਾਇਣ ਆਪੇ ਹੋਵਾ, ਆਪੀ ਨੇ ਆਪ ਸਾਜਿਓਨ, ਆਪੇ ਹੀ ਥੰਮ ਖਲੋਵਾ। ਇੱਥੇ ਆਪੀ ਨੇ ਨੰਨੇ ਨੂੰ ਦੁਲਾਵਾਂ ਹੈਗੀਆਂ ਨੇ, ਇਹਨੂੰ ਆਪੀ ਨੇ ਨਹੀਂ ਬੋਲਣਾ, ਆਪੀ ਨੈ ਬੋਲਣਾ ਹੈ ਦੁਲਾਵਾਂ ਨਾਲ। ਤੇ ਨੰਨੇ ਦੇ ਪੈਰ ਦੇ ਵਿੱਚ ਹਲੰਤ ਹੈ। ਹਲੰਤ ਦਾ ਮਤਲਬ ਹੁੰਦਾ ਹੈ ਅੱਖਰ ਦੇ ਅੰਤ ਵਿੱਚ ਹਲ, ਹਲ ਪਲੱਸ ਅੰਤ, ਇਹਦਾ ਨਾਂ ਪੈ ਗਿਆ ਹਲੰਤ। ਤੇ ਹਲ ਦਾ ਕੀ ਕੰਮ ਹੁੰਦਾ ਹੈ? ਜਿਨ੍ਹਾਂ ਨੂੰ ਖੇਤੀਬਾੜੀ ਦਾ ਪਤਾ ਹੈ ਉਹਨਾਂ ਨੂੰ ਇਸ ਗੱਲ ਬਾਰੇ ਚੰਗੀ ਤਰ੍ਹਾਂ ਗਿਆਤ ਹੈ ਕਿ ਜਦੋਂ ਹਲ ਚੱਲਦਾ ਹੈ ਉਹ ਮਿੱਟੀ ਨੂੰ ਦੋ ਟੁਕੜੇ ਕਰ ਕਰਕੇ ਸੁੱਟੀ ਜਾਂਦਾ ਹੈ। ਇਹ ਜਿਹੜਾ ਹਲ ਹੈ ਇਹ ਵੀ ਅੱਖਰ ਦੇ ਦੋ ਟੁਕੜੇ ਕਰ ਦਿੰਦਾ ਹੈ। ਜਿਹਦੇ ਵਿੱਚ ਅੱਖਰ ਦਾ ਉਚਾਰਨ ਹੋਏਗਾ, ਉਹਦਾ ਸਵਰ ਜਿਹੜਾ ਉਹਦਾ ਉਚਾਰਨ ਨਹੀਂ ਹੋਏਗਾ, ਉਹ ਕੱਟਿਆ ਜਾਏਗਾ। ਭਾਵ ਨੰਨਾ ਜਿਹੜਾ ਇਹ ਬਿਲਕੁਲ ਪੋਲਾ ਜਿਹਾ ਬੋਲਣਾ ਹੈਗਾ। ਆਪੀ ਨੇ ਆਪ ਸਾਜਿਓਨ, ਆਪੀ ਨੇ ਇਸ ਤਰ੍ਹਾਂ ਬੋਲਿਆ ਜਾਏਗਾ, ਆਪੀ ਨੇ ਭਾਵ ਅੱਧਾ ਅੱਖਰ ਜਿਹੜਾ ਉਚਾਰਨ ਹੋਏਗਾ। ਆਪ ਸਾਜਿਓਨ, ਹਾਂ ਇੱਥੇ ਹੁਣ ਸਾਜਿਓਨ ਬੋਲਣਾ ਹੈ ਊੜੇ ਨੂੰ ਹੋੜੇ ਨਾਲ। ਜੇ ਸਾਜਿਓਨ ਕਵਾਂਗੇ ਤੇ ਊੜੇ ਨੂੰ ਔਂਕੜ ਲੱਗ ਜਾਏਗੀ। ਔਂਕੜ ਦੀ ਮਾਤਰਾ ਇੱਕ ਹੁੰਦੀ ਹੈ, ਹੋੜੇ ਦੀਆਂ ਦੋ ਹੁੰਦੀਆਂ ਨੇ। ਹੁਣ ਇੱਥੇ ਸਾਜਿਓਨ ਦੋ ਮਾਤਰਾ ਵਾਸਤੇ ਔਂਕੜ ਨਾਲੋਂ ਡਬਲ ਟਾਈਮ ਲੱਗਦਾ ਹੈ ਹੋੜੇ ਨੂੰ ਬੋਲਣ ਵਾਸਤੇ। ਇਸ ਕਰਕੇ ਸਾਜਿਓਨ ਤੇ ਸਾਜਿਓਨ ਉਹ ਦੇ ਉੱਤੇ ਊ ਨਾਲੋਂ ਡਬਲ ਟਾਈਮ ਲੱਗੇਗਾ। ਇਸ ਕਰਕੇ ਊੜੇ ਨੂੰ ਔਂਕੜ ਦੀ ਬਜਾਏ ਊੜੇ ਨੂੰ ਹੋੜੇ ਦਾ ਉਚਾਰਨ ਕਰਨਾ ਪਏਗਾ। ਆਪੀ ਨੇ ਆਪ ਸਾਜਿਓਨ, ਇੱਥੇ ਅਰਧ ਵਿਸਰਾਮ ਹੈ, ਰੁਕਣਾ ਹੈ। ਆਪੇ ਹੀ ਥੰਮ ਖਲੋਵਾ, ਥੰਮ ਦੇ ਫਿਰ ਮੰਮੇ ਨੂੰ ਹਲੰਤ ਆ ਗਿਆ ਮੰਮੇ ਦੇ ਪੈਰ ਵਿੱਚ। ਭਾਵ ਮ ਦਾ ਸਵਰ ਜਿਹੜਾ ਕੱਟਿਆ ਜਾਏਗਾ ਤੇ ਇਹ ਹਲਕਾ ਜਿਹਾ ਪੋਲਾ ਜਿਹਾ ਮ ਬੋਲਿਆ ਜਾਏਗਾ। ਇੱਕ ਅਸੀਂ ਬੋਲਦੇ ਹਾਂ ਥੰਮ, ਹੁਣ ਇੱਥੇ ਥੰਮ ਨਹੀਂ ਬੋਲਣਾ, ਇੱਥੇ ਥੰਮ, ਬਸ ਥੰਮ ਤੇ ਰੁਕ ਜਾਣਾ ਵੈ। ਅੱਗੇ ਜਿਹੜਾ ਸਵਰ ਹੈ ਉਹ ਉਚਾਰਨ ਨਹੀਂ ਹੋਏਗਾ, ਹਲ ਉਸ ਨੂੰ ਕੱਟ ਦਿੰਦਾ ਹੈ। ਇਸ ਕਰਕੇ ਅੱਖਰ ਦੇ ਅੰਤ ਵਿੱਚ ਆਇਆ ਹਲੰਤ ਜਿਹੜਾ ਹੈ ਇਹ ਅੱਖਰ ਦੀ ਆਵਾਜ਼ ਨੂੰ ਅਦਾ ਕਰ ਦਿੰਦਾ ਵੈ। ਇਸ ਕਰਕੇ ਪੋਲਾ ਜਿਹਾ ਬੋਲਿਆ ਜਾਏਗਾ, ਆਪੇ ਹੀ ਥੰਮ ਖਲੋਵਾ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਵਾ। ਆਪੇ ਇਹਨੂੰ ਪੱਟੀ ਨਹੀਂ ਬੋਲਣਾ, ਪੱਪੇ ਉੱਤੇ ਅਦਕ ਲੱਗੇਗੀ ਉਚਾਰਨ ਲੱਗਿਆ, ਭਾਵ ਅਦਕ ਨਾਲ ਇਹਦਾ ਉਚਾਰਨ ਹੋਏਗਾ। ਆਪੇ ਪੱਟੀ, ਪੱਟੀ ਤੋਂ ਬਾਅਦ ਫਿਰ ਥੋੜਾ ਜਿਹਾ ਰੁਕਣਾ ਹੈਗਾ, ਥੋੜਾ ਜਿਹਾ ਪੌਜ਼ ਹੈ ਇੱਥੇ। ਕਲਮ ਆਪ ਤੋਂ ਬਾਅਦ ਫਿਰ ਥੋੜਾ ਜਿਹਾ ਰੁਕਣਾ ਹੈਗਾ, ਅਰਧ ਵਿਸਰਾਮ। ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ। ਇੱਥੇ ਉਮਤ ਊੜੇ ਉੱਤੇ ਅਦਕ ਨਾਲ ਇਹਦਾ ਉਚਾਰਨ ਹੋਏਗਾ, ਉਮਤ। ਇਹਨੂੰ ਉਮਤ ਨਹੀਂ ਪੜ੍ਹਨਾ, ਉਮਤ ਪੜ੍ਹਨਾ ਹੈਗਾ। ਸਭ ਉਮਤ ਆਵਣ ਜਾਵਣੀ, ਜਾਵਣੀ ਤੋਂ ਬਾਅਦ ਅਰਧ ਵਿਸਰਾਮ ਹੈ, ਕੌਮਾ, ਇੱਥੇ ਰੁਕਣਾ ਹੈਗਾ। ਆਪੇ ਹੀ ਨਵਾਂ ਨਿਰੋਵਾ, ਹਾਂਜੀ ਇੱਥੇ ਨਵਾਂ ਨਾਸਕੀ ਉਚਾਰਨ ਹੋਏਗਾ ਵਾਵੇ ਦੇ ਕੰਨੇ ਦੀ ਬਿੰਦੀ ਨਾਲ, ਤੇ ਨਰੋਵਾ ਦੀ ਬਜਾਏ ਨਿਰੋਵਾ, ਨੰਨੇ ਨੂੰ ਸਿਆਰੀ ਦੇ ਨਾਲ। ਆਪੇ ਹੀ ਨਵਾਂ ਨਿਰੋਵਾ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਹਾਂਜੀ ਤਖਤ ਬੈਠਾ ਅਰਜਨ ਗੁਰੂ ਤੇ ਉੱਪਰ ਹਲਕਾ ਜਿਹਾ ਵਿਸਰਾਮ ਆਏਗਾ, ਇੱਥੇ ਅਰਧ ਵਿਸਰਾਮ ਹੈ। ਸਤਿਗੁਰ ਕਾ ਖਿਵੈ ਚੰਦੋਆ, ਹਾਂਜੀ ਇਹਨੂੰ ਖਿਵੇ ਨਹੀਂ ਬੋਲਣਾ, ਇਹਦਾ ਉਚਾਰਨ ਹੈ ਖਿਵੈ, ਵਾਵੇ ਨੂੰ ਦੁਲਾਵਾਂ ਦੇ ਨਾਲ। ਉਗਵਣੋਂ ਤੈ ਆਥਵਣੋਂ, ਚੌਂ ਚੱਕੀ ਕੀਨ ਲੋਆ। ਉਗਵਣੋਂ ਨਾਸਕੀ ਉਚਾਰਨ ਹੈ ਬਿੰਦੀ ਨਾਲ, ਇੱਥੇ ਤੇ ਦੀ ਬਜਾਏ ਬੋਲਣਾ ਤੈ, ਤੈ। ਆਥਵਣੋਂ, ਤੈ ਦਾ ਮਤਲਬ ਅਤੇ, ਆਥਵਣੋਂ, ਆਥਵਣੋਂ ਵੀ ਨਾਸਕੀ ਉਚਾਰਨ ਹੋਏਗਾ। ਚੌਂ ਚੱਕੀ, ਭਾਵ ਚੌਹਾਂ ਚੱਕਾਂ ਦੇ ਵਿੱਚ, ਚਾਰਾਂ ਦਿਸ਼ਾਵਾਂ ਦੇ ਵਿੱਚ। ਚੌਂ ਵੀ ਨਾਸਕੀ ਉਚਾਰਨ ਆਏਗਾ,
ਚੱਕੀ, ਕੀ ਵੀ ਜਿਹੜਾ ਨਾਸਕੀ ਉਚਾਰਨ ਆਏਗਾ ਬਿੰਦੀ ਨਾਲ, ਚੌਂ ਚੱਕੀ ਭਾਵ ਚੌਵਾਂ ਚੱਕਾਂ ਵਿੱਚ। ਚੌਂ ਚੱਕੀ ਕੀਨ ਲੋਵਾ, ਜਿਨੇ ਗੁਰੂ ਨਾ ਸੇਵਿਓ, ਮਨ ਮੁੱਖਾਂ ਪਿਆ ਮੋਵਾ। ਹਾਂਜੀ, ਜਿਨੇ ਨੰਨੇ ਦੇ ਪੈਰ ਵਿੱਚ ਫਿਰ ਹਲੰਤ ਹੈ, ਹਲਕਾ ਜਿਹਾ ਨ ਪੋਲਾ ਜਿਹਾ ਉਚਾਰਨ ਹੋਏਗਾ, ਜਿਨੇ ਗੁਰੂ ਨਾ ਸੇਵਿਓ, ਸੇਵਿਓ ਊੜੇ ਦਾ ਹੋੜੇ ਵਾਲਾ ਉਚਾਰਨ ਹੈ, ਜਿਨੇ ਗੁਰੂ ਨਾ ਸੇਵਿਓ, ਇੱਥੇ ਫਿਰ ਹਲਕਾ ਜਿਹਾ ਰੁਕਣਾ ਹੈ, ਅਰਧ ਵਿਸਰਾਮ। ਮਨ ਮੁੱਖਾਂ ਪਿਆ ਮੋਵਾ, ਹਾਂ ਇਹਨੂੰ ਮਨ ਮੁੱਖਾ ਨਹੀਂ ਕਹਿਣਾ, ਮਨ ਮੁੱਖਾਂ ਕਹਿਣਾ, ਨਾਸਕੀ ਉਚਾਰਨ ਹੈ ਬਿੰਦੀ ਨਾਲ। ਮਨ ਮੁੱਖਾਂ ਪਿਆ ਮੋਵਾ, ਇੱਥੇ ਮੋਵਾ ਪਾਠ ਹੈ। ਤੇ ਪਿਆ ਨਹੀਂ ਬੋਲਣਾ, ਪਿਆ, ਪਹਿਲਾਂ ਪੱਪਾ ਫਿਰ ਈੜੀ ਨੂੰ ਸਿਆਰੀ ਬੋਲੀ ਜਾਏਗੀ, ਫਿਰ ਐੜੇ ਨੂੰ ਕਰਨਾ, ਪਿਆ। ਮਨ ਮੁੱਖਾਂ ਪਿਆ ਮੋਵਾ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਦੂਣੀ, ਚੌਣੀ ਨਹੀਂ ਬੋਲਣਾ, ਚੌਣੀ ਬੋਲਣਾ ਹੈ, ਚ ਓ ਊੜੇ ਨੂੰ ਔਂਕੜ, ਇਹ ਹੁਣ ਚੱਚਾ ਕਨੌੜਾ ਬਣ ਕੇ ਆਵਾਜ਼ ਇਹਦੀ ਨਿਕਲੇਗੀ। ਦੂਣੀ ਚੌਣੀ ਕਰਾਮਾਤ, ਕਰਾਮਾਤ ਤੇ ਫਿਰ ਰੁਕਣਾ ਹੈਗਾ। ਸੱਚੇ ਕਾ ਸੱਚਾ ਢੋਆ, ਸੱਚੇ ਤੇ ਵੀ ਅੱਧਕ ਦਾ ਉਚਾਰਨ ਹੋਏਗਾ, ਸੱਚਾ ਤੇ ਵੀ ਅੱਧਕ ਦਾ ਉਚਾਰਨ ਹੋਏਗਾ। ਸਚੇ ਨਹੀਂ ਬੋਲਣਾ, ਸੱਚੇ ਕਾ ਸੱਚਾ ਢੋਆ, ਸਚਾ ਨਹੀਂ ਸੱਚਾ ਢੋਆ, ਸੱਸੇ ਤੇ ਅੱਧਕ ਦਾ ਉਚਾਰਨ ਹੋਏਗਾ। ਚਾਰੇ ਜਾਗੇ ਚੌਂ ਜੁਗੀ, ਪੰਚਾਇਣ ਆਪੇ ਹੋਆ। ਚੌਂ ਜੁਗੀ ਤੇ ਉੱਪਰ ਫਿਰ ਨਾਸਕੀ ਉਚਾਰਨ ਆਏਗਾ, ਤੇ ਜੁਗੀ ਜਿਹੜਾ ਜੱਜੇ ਉੱਪਰ ਦਬਾ ਦੇ ਨਾਲ ਇਹ ਸ਼ਬਦ ਬੋਲਿਆ ਜਾਏਗਾ, ਜੁਗੀ। ਚਾਰੇ ਜਾਗੇ ਚੌਂ ਜੁਗੀ, ਇੱਥੇ ਫਿਰ ਅਰਧ ਵਿਸਰਾਮ ਹੈ, ਪੰਚਾਇਣ ਆਪੇ ਹੋਆ। ਇਹਦੇ ਅਸੀਂ ਵਿਚਾਰ ਵੀ ਦੇਖ ਲਈਏ ਜੀ। ਚਾਰੇ ਜਾਗੇ ਚੌਂ ਜੁਗੀ, ਚੌਂ ਜੁਗੀ ਮੈਨੇ ਚੌਵਾਂ ਜਾਮਿਆਂ ਦੇ ਵਿੱਚ। ਚਾਰੇ ਜਾਗੇ ਮੈਨੇ ਜਿਹੜੇ ਪਹਿਲੇ ਚਾਰ ਗੁਰੂ ਨੇ, ਜਾਗੇ ਮੈਨੇ ਪ੍ਰਗਟ ਹੋਏ, ਰੋਸ਼ਨ ਹੋਏ, ਭਾਵ ਗੁਰੂ ਨਾਨਕ ਸਾਹਿਬ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪੋ ਆਪਣੇ ਸਮੇਂ ਦੇ ਵਿੱਚ ਸੰਸਾਰ ਵਿੱਚ ਰੋਸ਼ਨ ਹੋਏ, ਪ੍ਰਗਟ ਹੋਏ। ਪੰਚਾਇਣ ਆਪੇ ਹੋਆ। ਪੰਚਾਇਣ, ਆਇਣ ਆਖਦੇ ਨੇ ਘਰ ਨੂੰ, ਪੰਜਾਂ ਦਾ ਘਰ, ਤੇ ਪੰਜਾਂ ਦਾ ਘਰ ਜਿਹੜਾ ਹੈ ਉਹ ਇੱਥੇ ਅਕਾਲ ਪੁਰਖ ਹੈ, ਭਾਵ ਪੰਜ ਤੱਤਾਂ ਦਾ ਸੋਮਾ ਕਹਿ ਲਓ, ਪੰਜਾਂ ਦਾ ਘਰ ਕਹਿ ਲਓ। ਪੰਚਾਇਣ ਆਪੇ ਹੋਆ, ਉਹ ਆਪ ਹੀ ਹੈ, ਅਕਾਲ ਪੁਰਖ ਆਪ ਹੀ ਉਹਨਾਂ ਵਿੱਚ ਪ੍ਰਗਟ ਹੋਇਆ। ਜਾਂ ਕਹਿ ਲਓ ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸਿਫਤ ਕਰਨ ਲੱਗੇ ਨੇ ਭਾਈ ਸੱਤਾ ਜੀ, ਉਹਦੇ ਵਿੱਚ ਅਕਾਲ ਪੁਰਖ ਆਪ ਹੀ ਹੈ, ਆਪ ਹੀ ਪ੍ਰਗਟ ਹੋਇਆ ਹੈ। ਭਾਵ ਆਪੋ ਆਪਣੇ ਸਮੇਂ 'ਚ ਚਾਰੇ ਗੁਰੂ ਰੋਸ਼ਨ ਹੋਏ ਹਨ, ਤੇ ਉਹਨਾਂ ਵਿੱਚ ਅਕਾਲ ਪੁਰਖ ਵੀ ਆਪ ਹੀ ਪ੍ਰਗਟ ਹੋਇਆ ਹੈ। ਆਪੀ ਨੇ ਆਪ ਸਾਜਿਓਨ, ਆਪੇ ਹੀ ਥੰਮ ਖਲੋਵਾ। ਅਕਾਲ ਪੁਰਖ ਨੇ ਆਪਣੇ ਆਪ ਹੀ ਆਪਣੇ ਆਪ ਨੂੰ ਸ੍ਰਿਸ਼ਟੀ ਦੇ ਵਿੱਚ ਜ਼ਾਹਰ ਕੀਤਾ ਹੈ, ਤੇ ਸ੍ਰਿਸ਼ਟੀ ਨੂੰ ਥੰਮ ਮੈਨੇ ਸਹਾਰਾ, ਜਿਵੇਂ ਥੰਮਲਾ ਥੰਮ ਸਹਾਰਾ ਦਿੰਦੇ ਛੱਤ ਨੂੰ, ਇਦਾਂ ਹੀ ਕੁੱਲ ਕਾਇਨਾਤ ਦੇ ਜੀਵਾਂ ਨੂੰ ਪ੍ਰਭੂ ਹੀ ਸਹਾਰਾ ਦੇਣ ਵਾਲਾ ਹੈ। ਆਪੀ ਨੇ ਆਪ ਸਾਜਿਓਨ, ਸਾਜਿਓਨ ਮੈਨੇ ਉਹਨੇ ਪ੍ਰਗਟ ਕੀਤਾ, ਸ੍ਰਿਸ਼ਟੀ ਰੂਪ ਦੇ ਵਿੱਚ ਉਸ ਪ੍ਰਭੂ ਨੇ ਹੀ ਆਪਣੇ ਆਪ ਨੂੰ ਪ੍ਰਗਟ ਕੀਤਾ। ਆਪੇ ਹੀ ਥੰਮ ਖਲੋਵਾ, ਆਪ ਹੀ ਉਸ ਸ੍ਰਿਸ਼ਟੀ ਦਾ ਸਹਾਰਾ ਬਣ ਗਿਆ ਹੈ, ਸ੍ਰਿਸ਼ਟੀ ਨੂੰ ਸਹਾਰਾ ਦੇ ਰਿਹਾ ਹੈ। ਆਪੇ ਪੱਟੀ ਕਲਮ ਆਪ, ਆਪ ਲਿਖਣਹਾਰਾ ਹੋਆ। ਔਰ ਜੀਵਾਂ ਦੀ ਅਗਵਾਈ ਕਰਨ ਵਾਸਤੇ, ਪੂਰਨੇ ਪਾਉਣ ਲਈ ਪ੍ਰਭੂ ਆਪ ਹੀ ਪੱਟੀ ਬਣ ਗਿਆ। ਜਿਵੇਂ ਪੱਟੀ ਉੱਪਰ ਪੂਰਨੇ ਪਾਏ ਜਾਂਦੇ ਨੇ ਬਿੰਦੀਆਂ ਪਾ ਕੇ ਕਿਸੇ ਅੱਖਰ ਨੂੰ ਲਿਖਣ ਵਾਸਤੇ, ਇਦਾਂ ਪ੍ਰਭੂ ਹੀ ਜੀਵਾਂ ਦੀ ਅਗਵਾਈ ਤੇ ਪੂਰਨੇ ਪਾ ਰਿਹਾ ਹੈ। ਆਪੇ ਪੱਟੀ ਕਲਮ ਆਪ, ਆਪ ਲਿਖਣਹਾਰਾ ਹੋਆ। ਪ੍ਰਭੂ ਆਪ ਹੀ ਪੱਟੀ ਹੈ, ਆਪ ਹੀ ਕਲਮ ਹੈ, ਤੇ ਗੁਰੂ ਰੂਪ ਹੋ ਕੇ ਜੀਵਾਂ ਵਾਸਤੇ ਪੂਰਨੇ ਲਿਖਣ ਵਾਲਾ ਵੀ ਉਹ ਆਪ ਹੈ, ਪੂਰਨੇ ਵੀ ਉਹ ਆਪ ਪਾ ਰਿਹਾ ਹੈ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਵਾ। ਜਿੰਨੀ ਉਮਤ ਸ੍ਰਿਸ਼ਟੀ ਹੈ ਉਹ ਤੇ ਆਵਣ ਜਾਵਣੀ ਮੈਨੇ ਜਨਮ ਮਰਨ ਦੀ ਗੇੜ ਵਿੱਚ ਹੈ, ਭਾਵ ਜੀਵ ਜੰਮਦੇ ਨੇ, ਮਰ ਰਹੇ ਨੇ, ਸੰਸਾਰ ਦਾ ਇਸੇ ਤਰ੍ਹਾਂ ਸਾਰਾ ਸਿਸਟਮ ਚੱਲ ਰਿਹਾ ਹੈ। ਆਪੇ ਹੀ ਨਵਾਂ ਨਿਰੋਆ, ਪਰ ਉਹ ਪ੍ਰਭੂ ਆਪ ਨਿਤ ਨਵਾਂ ਵੀ ਹੈ ਤੇ ਨਿਰੋਆ ਵੀ ਹੈ, ਤਾਜ਼ਾ ਵੀ ਹੈ। ਹਰ ਪਲ ਨਵਾਂ ਹੈ, ਹਰ ਪਲ ਨਿਰੋਆ ਹੈ, ਹਰ ਪਲ ਤੰਦਰੁਸਤ ਹੈ, ਭਾਵ ਹਰ ਇੱਕ ਨਵੇਂ ਰੰਗ ਵਿੱਚ ਵੀ ਹੈ, ਤੇ ਨਾਲ ਨਾਲ ਨਿਰੋਵਾ ਮੈਨੇ ਨਿਰਲੇਪ ਵੀ ਹੈ। ਇੱਥੇ ਨਿਰੋਵਾ ਦਾ ਅਰਥ ਕੱਢਿਆ ਜਾਏਗਾ ਨਿਰਲੇਪ, ਭਾਵ ਥੋੜਾ ਜਿਹਾ ਉਹਨਾਂ ਤੋਂ ਹਟ ਕੇ, ਭਾਵ ਜਿਹੜਾ ਖਚਤ ਨਹੀਂ ਹੈ ਇਸ ਸੰਸਾਰ ਦੇ ਮਾਇਆ ਦੇ ਪਸਾਰੇ ਤੋਂ, ਉਹ ਵੱਖ ਵੀ ਹੈ, ਨਿਰਲੇਪ ਵੀ ਹੈ।
तखत बैठा अर्जन गुरु सतगुर का खिवै चंदोवा। तखत तखत ਦੇ ਤੱਤੇ ਨੂੰ ਸਿਆਰੀ ਹੈ, ਭਾਵ ਤਖਤ ਉੱਤੇ ਗੁਰੂ ਅਰਜਨ ਦੇਵ ਪਾਤਸ਼ਾਹ ਤਖਤ ਉੱਪਰ ਬਿਰਾਜਮਾਨ ਹਨ। ਸਤਿਗੁਰੂ ਕਾ ਖਿਵੈ ਚੰਦੋਵਾ, ਖਿਵੈ ਮੈਨੇ ਚਮਕਦਾ, ਸਤਿਗੁਰੂ ਜੀ ਦੇ ਉੱਪਰ ਸਤਿਗੁਰੂ ਦਾ ਚੰਦੋਵਾ ਚਮਕ ਰਿਹਾ ਹੈ। ਭਾਵ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਚਾਰੇ ਪਾਸੇ ਚਮਕ ਰਿਹਾ ਹੈ, ਚਾਰੇ ਪਾਸੇ ਫੈਲਿਆ ਹੋਇਆ ਹੈ। ਉਗਮਣੋਂ ਤੈ ਅੱਥ ਬਣੋ, ਚੌਂ ਚੱਕੀ ਕੀਨ ਲੋਵਾ। ਉਗਮਣੋਂ ਮੈਨੇ ਜਿੱਥੋਂ ਸੂਰਜ ਉਗਦਾ ਹੈ ਪੂਰਬ ਤੋਂ ਲੈ ਕੇ, ਤੈ ਮੈਨੇ ਅਤੇ, ਆਥਮਣੋਂ, ਆਥਮਣੋਂ ਮੈਨੇ ਜਿੱਥੇ ਜਾ ਕੇ ਆਥਣ ਹੁੰਦੀ ਹੈ, ਸੂਰਜ ਡੁੱਬਦਾ ਹੈ, ਭਾਵ ਪੱਛਮ ਤੱਕ। ਗੱਲ ਕੀ ਪੂਰਬ ਤੋਂ ਲੈ ਕੇ ਪੱਛਮ ਤੱਕ ਦਾ ਇੱਕ ਮੁਹਾਵਰਾ, ਇਹਦਾ ਮਤਲਬ ਹੈ ਚੌਵਾਂ ਦਿਸ਼ਾਵਾਂ ਵਿੱਚ ਹਰ ਥਾਂ ਤੇ ਸੂਰਜ ਉਗਣ ਤੋਂ ਲੈ ਕੇ ਡੁੱਬਣ ਤੱਕ ਦਾ ਜਿੰਨਾ ਵੀ ਸੰਸਾਰ ਹੈ, ਜਿੱਥੇ ਵੀ ਸੂਰਜ ਚੜ੍ਹਦਾ ਸੁਭਾਵਿਕ ਡੁੱਬਦਾ ਵੀ ਹੈ। ਔਰ ਸੰਸਾਰ ਵਿੱਚ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਸੂਰਜ ਨਾ ਉਗਦਾ ਹੋਵੇ ਤੇ ਨਾ ਡੁੱਬਦਾ ਹੋਵੇ, ਭਾਵ ਕੁੱਲ ਸੰਸਾਰ। ਅੱਗੇ ਹੋਰ ਸਪਸ਼ਟ ਕਰ ਦਿੱਤਾ, ਚੌਂ ਚੱਕੀ ਭਾਵ ਚੌਵਾਂ ਚੱਕਾਂ, ਚੌਵਾਂ ਦਿਸ਼ਾਵਾਂ ਵਿੱਚ ਪੂਰਬ ਤੋਂ ਲੈ ਕੇ ਪੱਛਮ ਤੱਕ ਜਿੱਥੋਂ ਸੂਰਜ ਉਗਦਾ ਉੱਥੋਂ ਤੋਂ ਲੈ ਕੇ ਜਿੱਥੇ ਡੁੱਬਦਾ ਹੈ, ਭਾਵ ਜਿੱਥੇ ਸ਼ਾਮ ਆਥਣ ਹੁੰਦੀ ਹੈ, ਉੱਥੇ ਤੱਕ ਚੌਂ ਚੱਕੀ ਕੀਨ ਲੋਵਾ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚੌਵਾਂ ਚੱਕਾਂ ਦੇ ਵਿੱਚ, ਚੌਵਾਂ ਕੁੰਟਾਂ ਦੇ ਵਿੱਚ ਰੋਸ਼ਨੀ ਫੈਲਾ ਦਿੱਤੀ, ਸਾਰੀ ਕਾਇਨਾਤ ਨੂੰ ਰੋਸ਼ਨ ਕਰ ਦਿੱਤਾ, ਭਾਵ ਗਿਆਨ ਦੇ ਗੁਰਬਾਣੀ ਦੇ ਚਾਨਣ ਦੇ ਨਾਲ ਉਹਨਾਂ ਨੂੰ ਚਾਨਣ ਕਰ ਦਿੱਤਾ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਭਾਵ ਗੁਰਬਾਣੀ ਦਾ ਚਾਨਣ, ਗੁਰਬਾਣੀ ਦੀ ਰੋਸ਼ਨੀ ਚੌਵਾਂ ਦਿਸ਼ਾਵਾਂ ਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਹੁੰਚਾ ਦਿੱਤੀ। ਚੌਵਾਂ ਚੱਕਾਂ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਚਾਨਣ ਕਰ ਦਿੱਤਾ। ਜਿਨੀ ਗੁਰੂ ਨਾ ਸੇਵਿਓ ਮਨਮੁਖਾਂ ਪਿਆ ਮੋਆ। ਜਿਨੀ ਭਾਵ ਜਿਨ੍ਹਾਂ ਨੇ ਗੁਰੂ ਨਾ ਸੇਵਿਓ, ਗੁਰੂ ਨੂੰ ਸੇਵਿਆ ਨਹੀਂ, ਭਾਵ ਗੁਰੂ ਦਾ ਹੁਕਮ ਨਹੀਂ ਕਮਾਇਆ, ਗੁਰੂ ਦਾ ਹੁਕਮ ਮੰਨਿਆ ਨਹੀਂ, ਮਨਮੁਖਾਂ ਪਿਆ ਮੋਆ। ਹਾਂਜੀ, ਇਹ ਜਿਹੜੀ ਵਾਰ ਹੈ ਭਾਈ ਬਲਵੰਡ ਜੀ ਤੇ ਭਾਈ ਸੱਤਾ ਜੀ ਨੇ ਆਖੀ, ਆਖੀ ਮੈਨੇ ਬੋਲੀ, ਸੁਭਾਵਕ ਬੋਲਣ ਦੇ ਵਿੱਚ ਮੋਆ ਲਫ਼ਜ਼ ਆਏਗਾ। ਅਰਥ ਜਦੋਂ ਹੋਣਗੇ ਮੁਆ ਦੇ ਹੋਣਗੇ, ਤੇ ਜਦੋਂ ਅਰਥ ਹੋਣਗੇ ਮੁਆ ਮੈਨੇ ਮਰੀ, ਮੌਤ, ਜਦੋਂ ਉਚਾਰਨ ਹੋਏਗਾ ਇੱਕ ਮਾਤਰਾ ਕਿਉਂਕਿ ਘੱਟ ਸੀ, ਇਸ ਕਰਕੇ ਔਂਕੜ ਦੇ ਨਾਲ, ਔਂਕੜ ਦੀ ਥਾਂ ਤੇ ਹੋੜਾ ਲਗਾ ਦਿੱਤਾ, ਮੋਆ। ਹੁਣ ਆਵਾਜ਼ ਲਮਕ ਗਈ, ਇੱਕ ਮਾਤਰਾ ਵੱਧ ਗਈ, ਕਾਵ ਤੋਲ ਪੂਰਾ ਹੋ ਗਿਆ। ਸੱਤਾ ਬਲਵੰਡ ਜੀ ਨੇ ਕਿਉਂਕਿ ਇਹ ਵਾਰ ਆਖੀ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਨਮੁਖ ਉਚਾਰੀ, ਬੋਲੀ, ਇਸ ਕਰਕੇ ਉਹਨਾਂ ਨੇ ਬੋਲਣ ਵਾਲਾ ਸ਼ਬਦ ਹੀ ਇਹਦੇ ਵਿੱਚ ਮੋਆ ਲਫ਼ਜ਼ ਵਰਤਿਆ, ਜਿਹੜਾ ਉਚਾਰਨ ਵਾਲਾ ਹੈ। ਜੇ ਇਹ ਗੁਰਬਾਣੀ ਲਿਖਣ ਦੇ ਵਿੱਚ ਜਦੋਂ ਅਰਥ ਆਣਗੇ, ਅਰਥਾਂ ਦੇ ਵਿੱਚ ਇਹਦਾ ਅਰਥ ਮੁਆ ਦਾ ਹੋਏਗਾ। ਮੋਆ ਜਿਹੜਾ ਹੈ ਉਹ ਇੱਕ ਮਾਤਰਾ ਨੂੰ ਬੁਝਾਉਣ ਵਾਸਤੇ ਔਂਕੜ ਦੀ ਥਾਂ ਤੇ ਹੋੜੀ ਦੀ ਵਰਤੋਂ ਕੀਤੀ ਹੋਈ ਹੈ। ਦੋ ਮਾਤਰੇ ਵਾਲੇ ਸ਼ਬਦਾਂ ਦਾ ਜ਼ਿਕਰ ਜਿਹੜਾ ਹੈ ਮੈਂ ਗੁਰਬਾਣੀ ਵਿਆਕਰਨ ਦੇ ਵਿੱਚ ਬੜੇ ਵਿਸਥਾਰ ਸਹਿਤ ਕਰਾ ਚੁੱਕਿਆ ਹਾਂ, ਜਿਹਦੇ ਵਿੱਚ ਬਕਾਇਦਾ ਸੀ ਟਿੱਪੀ ਦੀ ਗੱਲ ਵੀ ਕੀਤੀ ਸੀ। ਜਿਨੇ ਗੁਰੂ ਨਾ ਸੇਵਿਓ ਮਨਮੁਖਾਂ ਪਿਆ ਮੋਆ, ਭਾਵ ਜਿਨ੍ਹਾਂ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ ਉਹਨਾਂ ਮਨਮੁਖਾਂ ਨੂੰ ਮਰੀ ਪੈ ਗਈ, ਮਨ ਤੇ ਪਿੱਛੇ ਚੱਲਣ ਵਾਲਿਆਂ ਨੂੰ ਮੌਤ ਪੈ ਗਈ। ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਜਿਹੜੀ ਕਰਾਮਾਤ ਹੈ, ਉਹਨਾਂ ਦੀ ਵਡਿਆਈ ਹੈ, ਉਹਨਾਂ ਦੀ ਉਪਮਾ, ਉਹਨਾਂ ਦੇ ਕੌਤਕ, ਉਹਨਾਂ ਦੇ ਬਜ਼ੁਰਗੀ ਦੁੱਗਣੀ ਚੌਗਣੀ ਹੋ ਕੇ ਫੈਲ ਰਹੀ ਹੈ, ਵੱਧ ਰਹੀ ਹੈ। ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ। ਸੱਚੇ ਪ੍ਰਭੂ ਦਾ ਇਹ ਸੱਚਾ ਟੋਆ ਮੈਨੇ ਸੱਚਾ ਤੋਹਫਾ ਹੈ, ਸੱਚੀ ਸੁਗਾਤ ਹੈ, ਭਾਵ ਸੱਚੇ ਅਕਾਲ ਪੁਰਖ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਇੱਕ ਸੱਚੀ ਸੁਗਾਤ, ਸੱਚਾ ਤੋਹਫਾ ਦੇ ਦਿੱਤਾ। ਤੋਹਫਾ ਇਹ ਦਿੱਤਾ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਵਡਿਆਈ ਦੁੱਗਣੀ ਚੌਗਣੀ ਵਧਾ ਦਿੱਤੀ। ਇਸ ਕਰਕੇ ਦੂਣੀ ਚੌਣੀ ਕਰਾਮਾਤ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਦਿਨ ਦੂਣੀ ਤੇ ਰਾਤ ਚੌਗਣੀ ਬਜ਼ੁਰਗੀ, ਵਡਿਆਈ ਵੱਧ ਰਹੀ ਹੈ। ਸੱਚੇ ਕਾ ਸੱਚਾ ਟੋਆ, ਸੱਚੇ ਪ੍ਰਭੂ ਦੀ ਇਹ ਸੱਚੀ ਸੁਗਾਤ ਹੈ। ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ। ਆਪੋ ਆਪਣੇ ਸਮਿਆਂ ਵਿੱਚ ਚਾਰੇ ਗੁਰੂ ਸਾਹਿਬਾਨ ਪ੍ਰਗਟ ਹੋਏ। ਜਾਗੇ ਦਾ ਇੱਥੇ ਅਰਥ ਹੈ ਪ੍ਰਗਟ ਹੋਣਾ। ਚਾਰੇ ਜਾਗੇ ਚੌਂ ਜੁਗੀ, ਚਾਰੇ ਗੁਰੂ ਆਪੋ ਆਪਣੇ ਸਮੇਂ ਤੇ ਰੋਸ਼ਨ ਹੋਏ, ਪ੍ਰਗਟ ਹੋਏ। ਪੰਚਾਇਣ ਆਪੇ ਹੋਵਾ, ਜਿਹੜਾ ਪੰਚਾਇਣ ਪੰਜ ਤੱਤਾਂ ਦਾ ਘਰ, ਪੰਜ ਤੱਤਾਂ ਦਾ ਸੋਮਾ ਅਕਾਲ ਪੁਰਖ ਜਿਹੜਾ ਉਹ ਉਹਨਾਂ ਦੇ ਵਿੱਚ ਆਪ ਹੀ ਪ੍ਰਗਟ ਹੋਇਆ ਹੈ।
ਇੱਥੇ ਰਾਮਕਲੀ ਵਾਰ ਦੀ ਸੰਪੂਰਨਤਾ ਹੈ। 8 ਪੌੜੀਆਂ ਹੋ ਚੁੱਕੀਆਂ ਨੇ ਤੇ ਇਹਨਾਂ ਪੌੜੀਆਂ ਦੀ ਸੰਥਿਆ ਤੇ ਵਿਚਾਰ ਕਰਾਉਂਦਿਆਂ ਅਲਪਖ ਮੇਰੇ ਵਰਗੇ ਜੀਵ ਪਾਸੋਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ ਔਰ ਆਪ ਔਗੁਣ ਨਾ ਚਿਤਾਰਨਾ। ਔਰ ਜਿੱਥੇ ਕਿਸੇ ਨੂੰ ਲੱਗੇ ਕਿ ਇਸ ਤਰ੍ਹਾਂ ਇਹਦਾ ਉਚਾਰਨ ਜਾਂ ਇਸ ਤਰ੍ਹਾਂ ਦੇ ਅਰਥ ਹੋਣੇ ਚਾਹੀਦੇ ਸੀ, ਆਪ ਜੀ ਜ਼ਰੂਰ ਮੈਨੂੰ ਦੱਸਣਾ, ਉਹਦੇ ਉੱਪਰ ਧੀਰਜ ਨਾਲ ਅਸੀਂ ਵਿਚਾਰ ਕਰ ਸਕਦੇ ਹਾਂ ਜੀ। ਹੋਈਆਂ ਬੇਅੰਤ ਭੁੱਲਾਂ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।